ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਆਪ ਸੰਗਤਾਂ ਦੇ ਨਾਲ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਖਾਂ ਦੀ ਜੀਵਨ ਦਾ ਭਾਗ 15ਵਾਂ ਸਾਂਝਾ ਕੀਤਾ ਜਾਵੇਗਾ। ਇੱਕ ਦਿਨ ਭਾਈ ਜਰਨੈਲ ਸਿੰਘ ਜੀ ਟਰੈਕਟਰ ਨਾਲ ਪੈਲੀ ਵਾ ਰਹੇ ਸਨ। ਜਦੋਂ ਘਰ ਤੋਂ ਪ੍ਰਸ਼ਾਦਾ ਖੇਤ ਪਹੁੰਚਿਆ ਤਾਂ ਅਸੀਂ ਸਾਰੇ ਪ੍ਰਸ਼ਾਦਾ ਛਕਣ ਲਈ ਬੈਠ ਗਏ, ਪਰ ਭਾਈ ਜਰਨੈਲ ਸਿੰਘ ਜੀ ਨੂੰ ਅਚਾਨਕ ਹੀ ਪਤਾ ਲੱਗਾ ਕਿ ਉਹਨਾਂ ਦੀ ਗਾਤਰੇ ਵਾਲੀ ਕਿਰਪਾਨ ਡਿੱਗ ਪਈ ਹੈ। ਟਰੈਕਟਰ ਚਲਾਉਂਦਿਆਂ ਗਾਤਰੇ ਵਾਲੀ ਕਿਰਪਾਨ ਹਿਲ ਕੇ ਗਾਤਰੇ ਵਿੱਚੋਂ ਨਿਕਲ ਕੇ ਟਰੈਕਟਰ ਤੋਂ ਥੱਲੇ ਡਿੱਗ ਪਈ ਅਤੇ ਪਿੱਛੇ ਚੱਲ ਰਹੇ ਕਲਟੀਵੇਟਰਾਂ ਦੀ ਮਿੱਟੀ ਨਾਲ ਮਿੱਟੀ ਥੱਲੇ ਦੱਬੀ ਗਈ। ਉਹਨਾਂ ਕਾਫੀ ਸਮਾਂ ਕਿਰਪਾਨ ਦੀ ਭਾਲ ਕੀਤੀ, ਪਰ ਕੋਸ਼ਿਸ਼ ਕਰਨ ਦੇ ਬਾਵਜੂਦ ਵੀ ਕਿਰਪਾਨ ਨਾ ਮਿਲੀ ਤਾਂ ਉਹ ਕਹਿਣ ਲੱਗੇ, ਜਦੋਂ ਤੱਕ ਮੈਂ ਕਿਰਪਾਨ ਹਾਸਲ ਨਹੀਂ ਕਰ ਲੈਂਦਾ ਤਦ ਤੱਕ ਮੈਂ ਪ੍ਰਸ਼ਾਦਾ ਨਹੀਂ ਛਕਾਂਗਾ। ਇਹ ਕਹਿ ਕੇ ਉਹ ਖੇਤੋਂ ਘਰ ਚਲੇ ਗਏ ਅਤੇ ਘਰੋਂ ਹੋਰ ਕਿਰਪਾਨ ਪ੍ਰਾਪਤ ਕੀਤੀ। ਅਚਾਨਕ ਬਿਸਰੇ ਕਕਾਰ ਲਈ ਅਰਦਾਸ ਕੀਤੀ ਅਤੇ ਦੁਬਾਰਾ ਖੇਤ ਪਹੁੰਚ ਗਏ ਤੇ ਫਿਰ ਸੰਤਾਂ ਨੇ ਜਾ ਕੇ ਪ੍ਰਸ਼ਾਦਾ ਛਕਿਆ ਅਤੇ ਇਸ ਗੱਲ ਨੂੰ ਬਹੁਤ ਮਹਿਸੂਸ ਕੀਤਾ ਕਿ ਕੁਝ ਸਮੇਂ ਲਈ ਵੀ ਕਿਰਪਾਨ ਕਿਉਂ ਬਿਸਰ ਗਈ। ਜਦੋਂ ਉਹਨਾਂ ਨੂੰ ਖੇਤ ਵਿੱਚ ਕੰਮ ਕਰਨ ਵਾਲੇ ਹੋਰ ਆਦਮੀਆਂ ਵੱਲੋਂ ਪੁੱਛਿਆ ਗਿਆ ਕਿ ਕਿਰਪਾਨ ਬਿਸਰ ਜਾਣ 'ਤੇ ਤੁਸੀਂ ਪ੍ਰਸ਼ਾਦਾ ਕਿਉਂ ਨਹੀਂ ਛਕਿਆ, ਉਹਨਾਂ ਦੱਸਿਆ ਕਿ ਇਹ 5 ਪਿਆਰਿਆਂ ਦਾ ਹੁਕਮ ਹੈ ਕਿ 5 ਕਕਾਰਾਂ ਵਿੱਚੋਂ ਇੱਕ ਵੀ ਕਕਾਰ ਬਿਸਰ ਜਾਵੇ ਤਾਂ ਉਸ ਨੂੰ ਪ੍ਰਾਪਤ ਕੀਤੇ ਬਿਨਾਂ ਅੰਨ ਪਾਣੀ ਨਹੀਂ ਛਕਣਾ ਹੈ। ਉਹ ਗੁਰਮਤਿ ਦੀ ਰਹਿਣੀ ਰਹਿਤ ਮਰਿਆਦਾ ਵਿੱਚ ਸ਼ੁਰੂ ਤੋਂ ਹੀ ਚੇਤਨ ਸਨ ਅਤੇ ਪਰਪੱਕਤਾ ਦੇ ਨਾਲ ਗੁਰਮਤਿ ਅਸੂਲਾਂ ਦੀ ਪਾਲਣਾ ਕਰਦੇ ਸਨ। ਵੈਸੇ ਤਾਂ ਘਰ ਦੇ ਸਾਰੇ ਕੰਮਕਾਜ ਕਰਦਿਆਂ ਭਾਈ ਜਰਨੈਲ ਸਿੰਘ ਅਵਿਆਸੀ ਹਮੇਸ਼ਾ ਹੀ ਸਿਮਰਨ ਭਜਨ ਵਿੱਚ ਲੱਗੇ ਰਹਿੰਦੇ ਸਨ, ਇਸ ਲਈ ਉਹ ਇਕੱਲਿਆਂ ਹੀ ਕੰਮ ਕਰਕੇ ਪ੍ਰਸੰਨ ਰਹਿੰਦੇ ਸਨ। ਜੇਕਰ ਹੋਰ ਪਰਿਵਾਰਕ ਮੈਂਬਰਾਂ ਨਾਲ ਮਿਲ ਕੇ ਕੰਮ ਕਰਦੇ ਤਾਂ ਉਸ ਸਮੇਂ ਵੀ ਉਹਨਾਂ ਦੇ ਮਨ ਵਿੱਚ ਇਹੀ ਭਾਵਨਾ ਰਹਿੰਦੀ ਕਿ ਮੇਰੇ ਨਾਲ ਕੰਮ ਕਰਨ ਵਾਲਾ ਕੋਈ ਵਿਅਕਤੀ ਇੱਧਰ ਉੱਧਰ ਦੀਆਂ ਗੱਲਾਂ ਕਰਨ ਨਾਲੋਂ ਵਾਹਿਗੁਰੂ ਜੀ ਦਾ ਸਿਮਰਨ ਕਰੇ। ਇਸ ਲਈ ਉਹ ਜਾਂ ਤਾਂ ਗੁਰੂ ਇਤਿਹਾਸ ਦੀ ਸਾਖੀ ਸੁਣਾਉਣ ਲੱਗ ਪੈਂਦੇ ਅਤੇ ਜਾਂ ਸਭਨਾਂ ਨੂੰ ਹੀ ਸਿਮਰਨ ਕਰਨ ਲਾ ਲੈਂਦੇ। ਜਿਸ ਤਰ੍ਹਾਂ ਇੱਕ ਵਾਰੀ ਹਾੜੀ ਦੇ ਦਾਣੇ ਕੱਢਦਿਆਂ ਖੇਤ ਵਿੱਚ ਹੀ ਹਨੇਰਾ ਹੋ ਗਿਆ ਅਤੇ ਜਦ ਕਣਕ ਦੀ ਭਰੀ ਹੋਈ ਟਰਾਲੀ ਲੈ ਕੇ ਘਰ ਪਹੁੰਚੇ ਤਾਂ ਘਰ ਦੇ ਸਾਰੇ ਹੀ ਇਸਤਰੀ ਮਰਦਾਂ ਨੂੰ ਨਾਲ ਲੈ ਕੇ ਟਰਾਲੀ ਵਿੱਚੋਂ ਕਣਕ ਉਤਾਰਨ ਲੱਗ ਪਏ। ਉਹ ਆਪ ਟਰਾਲੀ ਵਿੱਚ ਚੜ੍ਹ ਅਤੇ ਘਰ ਦੇ ਮੈਂਬਰਾਂ ਨੂੰ ਬੱਠਲ ਚੁਕਾ ਦਿੱਤੇ ਅਤੇ ਸਭ ਨੂੰ ਕਹਿ ਦਿੱਤਾ ਕਿ ਕਣਕ ਦਾ ਬੱਠਲ ਅੰਦਰ ਲਿਜਾਣ ਸਮੇਂ ਅਤੇ ਵਾਪਸ ਆਉਣ ਸਮੇਂ ਮੂਲ ਮੰਤਰ ਦਾ ਜਾਪ ਕਰਨਾ ਹੈ। ਇਸ ਤਰ੍ਹਾਂ ਆਪ ਬਾਲਟੀ ਨਾਲ ਬੱਠਲ ਭਰਦੇ, ਆਪ ਵੀ ਮੂਲ ਮੰਤਰ ਦਾ ਜਾਪ ਕਰਦੇ ਰਹੇ ਅਤੇ ਨਾਲ ਧਿਆਨ ਵੀ ਰੱਖਿਆ ਕਿ ਕੋਈ ਵੀ ਪਰਿਵਾਰਕ ਮੈਂਬਰ ਮੂਲ ਮੰਤਰ ਦਾ ਜਾਪ ਛੱਡ ਕੇ ਗੱਲਾਂ ਬਾਤਾਂ ਨਾ ਕਰੇ। ਇਸ ਤਰ੍ਹਾਂ ਜਦੋਂ ਸਾਰੀ ਟਰਾਲੀ ਖਾਲੀ ਕਰ ਦਿੱਤੀ ਤਾਂ ਉਹਨਾਂ ਆਪਣੀ ਸੁਪਤਨੀ ਬੀਬੀ ਪ੍ਰੀਤਮ ਕੌਰ ਨੂੰ ਪੁੱਛਿਆ ਕਿ ਤੂੰ ਕਿੰਨੇ ਪਾਠ ਮੂਲ ਮੰਤਰ ਦੇ ਕੀਤੇ ਨੇ, ਤਾਂ ਉਹਨਾਂ ਕਿਹਾ ਕਿ ਮੈਂ ਗਿਣਤੀ ਨਹੀਂ ਕੀਤੀ। ਤਾਂ ਉਹਨਾਂ ਹੋਰ ਪੁੱਛਿਆ ਕਿ ਜਦੋਂ ਇੱਕ ਵਾਰੀ ਦਾਣੇ ਲੈ ਕੇ ਅੰਦਰ ਜਾਂਦੀ ਸੀ ਅਤੇ ਬਾਹਰ ਆਉਂਦੇ ਸੀ, ਆਉਣ ਜਾਣ ਸਮੇਂ ਕਿੰਨੇ ਪਾਠ ਮੂਲ ਮੰਤਰ ਦੇ ਹੋ ਜਾਂਦੇ ਸਨ। ਤਾਂ ਉਹਨਾਂ ਕਿਹਾ ਕਿ ਮੈਨੂੰ ਇਹ ਵੀ ਯਾਦ ਨਹੀਂ, ਪਰ ਮੈਂ ਲਗਾਤਾਰ ਮੂਲ ਮੰਤਰ ਦਾ ਪਾਠ ਕਰਦੀ ਰਹੀ ਹਾਂ। ਤਾਂ ਕਹਿਣ ਲੱਗੇ, ਜਦ ਦੂਜੀ ਟਰਾਲੀ ਲਾਹਾਂਗੇ ਤਾਂ ਤੂੰ ਗਿਣਤੀ ਕਰੀ। ਇਸੇ ਤਰ੍ਹਾਂ ਜਦ ਦੂਜੇ ਦਿਨ ਟਰਾਲੀ ਵਿੱਚੋਂ ਕਣਕ ਉਤਾਰਨ ਲੱਗੇ ਤਾਂ ਉਹਨਾਂ ਫਿਰ ਸਾਰਿਆਂ ਨੂੰ ਕਿਹਾ, ਅੱਜ ਫਿਰ ਸਭ ਨੇ ਮੂਲ ਮੰਤਰ ਦਾ ਜਾਪ ਕਰਨਾ। ਸਭ ਆਪੋ ਆਪਣਾ ਜਾਪ ਕਰਨ ਲੱਗੇ ਤਾਂ ਬੀਬੀ ਪ੍ਰੀਤਮ ਕੌਰ 10 ਮੂਲ ਮੰਤਰ ਦੇ ਪਾਠ ਕਰਨ ਬਾਅਦ ਕੰਧ ਉੱਪਰ ਇੱਕ ਛੋਟੀ ਜਿਹੀ ਲਕੀਰ ਮਾਰ ਦਿੰਦੇ ਸਨ। ਮਕਾਨ ਦੀਆਂ ਕੰਧਾਂ ਕੱਚੀਆਂ ਹੋਣ ਕਾਰਨ ਲਕੀਰ ਸੌਖੀ ਬਚ ਜਾਂਦੀ ਸੀ। ਤਾਂ ਹੀ ਗਿਣਤੀ ਕਰਨ ਦਾ ਲਕੀਰਾਂ ਦੀ ਗਿਣਤੀ ਕਰਕੇ ਦੱਸਿਆ ਕਿ ਅੱਜ ਇੰਨੇ ਪਾਠ ਮੂਲ ਮੰਤਰ ਦੇ ਕੀਤੇ ਹਨ। ਤਾਂ ਭਾਈ ਜਰਨੈਲ ਸਿੰਘ ਅਵਿਆਸੀ ਆਪਣੇ ਸੁਭਾਅ ਅਨੁਸਾਰ ਹੀ ਬੋਲੇ ਕਿ ਭਾਵੇਂ ਗਿਣਤੀ ਦੀ ਕੋਈ ਗੱਲ ਨਹੀਂ, ਪਰ ਇੱਕ ਅਹਿਸਾਸ ਹੋਣਾ ਚਾਹੀਦਾ ਹੈ ਕਿ ਜੇਕਰ ਅੱਧੇ ਘੰਟੇ ਵਿੱਚ ਇੰਨੇ ਪਾਠ ਮੂਲ ਮੰਤਰ ਦੇ ਕੀਤੇ ਹਨ, ਜੇਕਰ ਪੂਰਾ ਦਿਨ ਕਰਨੇ ਹੋਣ ਤਾਂ ਪਰਮਾਤਮਾ ਦੀ ਕਿੰਨੀ ਵੱਡੀ ਕਿਰਪਾ ਹੋਵੇਗੀ। ਉਹਨਾਂ ਦਾ ਅਹਿਸਾਸ ਕਰਵਾਉਣ ਦਾ ਇੱਕ ਆਪਣਾ ਹੀ ਤਰੀਕਾ ਸੀ। ਇੱਥੋਂ ਤੱਕ ਕਿ ਪਿੰਡ ਵਿੱਚੋਂ ਜੇਕਰ ਕੋਈ ਮਜ਼ਦੂਰ ਵੀ ਨਾਲ ਹੁੰਦਾ ਤਾਂ ਉਸ ਨੂੰ ਵੀ ਗੁਰਬਾਣੀ ਦਾ ਕੋਈ ਸ਼ਬਦ ਜਵਾਨੀ ਯਾਦ ਕਰਵਾ ਦਿੰਦੇ ਅਤੇ ਉਸ ਨੂੰ ਕਹਿੰਦੇ ਕਿ ਲੈ ਭਾਈ, ਇਸ ਸ਼ਬਦ ਦਾ ਜਾਪ ਕਰੀ ਚੱਲ ਤਾਂ ਕਿ ਤੇਰਾ ਅੱਜ ਦਾ ਸਾਰਾ ਦਿਨ ਸਫਲਾ ਹੋ ਜਾਵੇ। ਅੱਜ ਵੀ ਉਹ ਬੰਦੇ ਪਿੰਡ ਵਿੱਚ ਮੌਜੂਦ ਨੇ ਜੋ ਸੰਤਾਂ ਨਾਲ ਕੰਮ ਕਰਦੇ ਰਹੇ ਨੇ ਅਤੇ ਉਹਨਾਂ ਦੇ ਸਿਖਾਏ ਹੋਏ ਗੁਰਬਾਣੀ ਦੇ ਸ਼ਬਦ ਉਹਨਾਂ ਨੂੰ ਅੱਜ ਵੀ ਯਾਦ ਨੇ। ਇਸ ਤਰ੍ਹਾਂ ਘਰੋਂ ਖੇਤ ਨੂੰ ਜਾਂਦਿਆਂ ਅਤੇ ਖੇਤੋਂ ਘਰ ਨੂੰ ਆਉਂਦਿਆਂ ਵੀ ਜੇਕਰ 3-4 ਜਣੇ ਇਕੱਠੇ ਹੁੰਦੇ ਤਾਂ ਉਹਨਾਂ ਕੋਲੋਂ ਜਪਜੀ ਸਾਹਿਬ ਜੀ ਦਾ ਪਾਠ ਸੁਣਦੇ ਜਾਂ ਸੁਣਾਉਂਦੇ। ਇਸ ਤਰ੍ਹਾਂ ਨਾਲ ਹੀ ਉਹਨਾਂ ਦਾ ਜੀਵਨ ਹੀ ਇਸ ਢੰਗ ਨਾਲ ਟਲ ਚੁੱਕਾ ਸੀ। ਮੈਂ ਗੁਰਬਾਣੀ ਆਧਾਰ ਹੈ,
ਗੁਰਬਾਣੀ ਲਾਗ ਰਹਾਓ। ਕਦੇ ਕਦੇ ਉਹ ਇਹ ਕਹਿ ਕੇ ਵੀ ਸਿੱਖਿਆ ਦਿੰਦੇ ਕਿ ਜੀਵਨ ਨਿਰਵਾਹ ਲਈ ਕਿਰਤ ਕਰਨਾ ਗੁਰੂ ਦਾ ਹੁਕਮ ਹੈ, ਪਰ ਕਿਰਤ ਕਰਦਿਆਂ ਗੁਰੂ ਦੇ ਭਾਣੇ ਵਿੱਚ ਰਹਿਣਾ, ਸਿਮਰਨ ਕਰਨਾ ਇਹ ਵੀ ਗੁਰੂ ਦੀ ਸਿੱਖਿਆ ਹੈ। ਇਸ ਲਈ ਕੰਮ ਕਰਦਿਆਂ, ਵਪਾਰ ਕਰਦਿਆਂ, ਸਫ਼ਰ ਕਰਦਿਆਂ ਜਿੰਨਾ ਵੀ ਹੋ ਸਕੇ ਵੱਧ ਤੋਂ ਵੱਧ ਪਰਮਾਤਮਾ ਦਾ ਨਾਮ ਜਪਣਾ ਚਾਹੀਦਾ ਹੈ ਅਤੇ ਗੁਰਬਾਣੀ ਨਾਲ ਜੁੜੇ ਰਹਿਣਾ ਚਾਹੀਦਾ ਹੈ। ਜਥੇ ਵਿੱਚ ਰਹਿੰਦਿਆਂ ਹੋਇਆਂ ਵੀ ਨਾਲ ਦੇ ਸਹਿਯੋਗੀ ਸਿੰਘਾਂ ਨੂੰ ਬਾਣੀ ਪੜ੍ਹਨ ਬਲ ਪ੍ਰੇਰਨਾ ਕਰੀ ਰੱਖਦੇ ਸਨ। ਕਿਸੇ ਨੂੰ ਜਪਜੀ ਸਾਹਿਬ ਜੀ ਦੇ ਪਾਠ, ਕਿਸੇ ਨੂੰ ਸਹਿਜ ਪਾਠ ਦੀ ਸੇਵਾ ਤੇ ਕਿਸੇ ਨੂੰ ਗੁਰ ਮੰਤਰ, ਮੂਲ ਮੰਤਰ ਦਾ ਅਭਿਆਸ ਤੇ ਨਾਲ ਜਥੇ ਵਿੱਚ ਲੱਗੀਆਂ ਡਿਊਟੀਆਂ ਦੀ ਜ਼ਿੰਮੇਵਾਰੀ ਨਿਭਾਉਣ ਦੀ ਵੀ ਪ੍ਰੇਰਨਾ ਦਿੰਦੇ। ਭਾਵ ਹਰ ਸਮੇਂ ਆਪਣੇ ਅਤੇ ਸਹਿਯੋਗੀਆਂ ਦੇ ਧਿਆਨ ਨੂੰ ਇੱਧਰ ਉੱਧਰ ਭਟਕਣ ਤੋਂ ਰੋਕਣ ਲਈ ਗੁਰਬਾਣੀ ਨਾਲ ਜੋੜਨ ਦੇ ਤਰੀਕੇ ਨੂੰ ਆਪਣਾ ਹੀ ਰੱਖਦੇ। ਇਤਨੀਆਂ ਬੇਨਤੀਆਂ ਪ੍ਰਵਾਨ ਜੀ। ਬਾਕੀ ਦਾ ਮਹਾਂਪੁਰਖਾਂ ਦਾ ਜੀਵਨ ਅਗਲੀਆਂ ਵੀਡੀਓਜ਼ ਦੇ ਵਿੱਚ ਆਪ ਸੰਗਤਾਂ ਦੇ ਨਾਲ ਸਾਂਝਾ ਕਰਦਾ ਰਹਾਂਗੇ। ਤੇ ਜੇ ਆਪ ਜੀਆਂ ਨੇ ਪਿਛਲੇ ਭਾਗ ਵੀ ਵੇਖਣੇ ਹੋਣ ਤਾਂ ਪਲੇਲਿਸਟ ਦੇ ਵਿੱਚ ਜਾ ਕੇ ਆਪ ਸੰਗਤਾਂ ਵੇਖ ਸਕਦੀਆਂ ਹੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।